ਸਟੂਡੈਂਟਸ ਨਮਸਕਾਰ। ਕੱਲ੍ਹ ਆਪਾਂ ਲਾਸਟ ਲੈਕਚਰ ਦੇ ਵਿੱਚ ਸਿੱਖ ਰਹੇ ਸੀ ਬੁੱਕ ਕੀਪਿੰਗ ਬਾਰੇ। ਟੂਡੇ ਵੀ ਵਿਲ ਡਿਸਕਸ ਅਬਾਊਟ ਅਕਾਊਂਟਿੰਗ। ਅਕਾਊਂਟਿੰਗ ਕੀ ਹੈ, ਅਕਾਊਂਟਿੰਗ ਕਿਸ ਨੂੰ ਕਹਿੰਦੇ ਹਨ, ਇਹਦੇ ਬਾਰੇ ਅਸੀਂ ਅੱਜ ਸਿੱਖਣ ਜਾ ਰਹੇ ਹਾਂ। ਸਟੂਡੈਂਟਸ, ਸਭ ਤੋਂ ਪਹਿਲਾਂ ਅਸੀਂ ਅਕਾਊਂਟਿੰਗ ਦਾ ਮੀਨਿੰਗ ਕੀ ਹੈ। ਅਕਾਊਂਟਿੰਗ ਇਜ਼ ਦੀ ਆਰਟ ਆਫ ਰਿਕਾਰਡਿੰਗ, ਕਲਾਸੀਫਾਈਂਗ ਐਂਡ ਸਮਰਾਈਜ਼ਿੰਗ in a significant manner and in the terms of money, transactions and events which are in part at least of financial character and interpreting the results thereof। ਸਟੂਡੈਂਟਸ, ਲਾਸਟ ਲੈਕਚਰ 'ਚ ਅਸੀਂ ਸਿੱਖਿਆ ਸੀ ਕਿ ਬੁੱਕ ਕੀਪਿੰਗ ਇਜ਼ ਐਨ ਆਰਟ ਆਫ ਰਿਕਾਰਡਿੰਗ ਬਿਜ਼ਨਸ ਟ੍ਰਾਂਜੈਕਸ਼ਨਸ। ਹੁਣ ਅਸੀਂ ਉਹਦੇ ਤੋਂ ਇੱਕ ਸਟੈਪ ਅੱਗੇ ਅਸੀਂ ਬਿਜ਼ਨਸ ਟ੍ਰਾਂਜੈਕਸ਼ਨ ਨੂੰ ਰਿਕਾਰਡ ਕਰ ਲਿਆ। ਰਿਕਾਰਡ ਕਰਨ ਤੋਂ ਬਾਅਦ ਸਾਡਾ ਇੱਕ ਸਟੈਪ ਅੱਗੇ ਹੋਰ ਅਸੀਂ ਜਾ ਰਹੇ ਹਾਂ। ਰਿਕਾਰਡਿੰਗ ਤੋਂ ਬਾਅਦ ਫਿਰ ਉਸ ਦੀ ਕਲਾਸੀਫਿਕੇਸ਼ਨ ਕਰਨੀ, ਫਿਰ ਉਸ ਦੀ ਸਮਰੀ ਬਣਾਉਣੀ, ਔਰ ਉਸ ਨੂੰ ਫਿਰ ਅਸੀਂ ਸਮਰੀ ਬਣਾਉਣ ਤੋਂ ਬਾਅਦ ਇੰਟਰਪ੍ਰੇਟ ਕਰਨਾ। ਇੰਟਰਪ੍ਰੀਟੇਸ਼ਨ ਕਰਨ ਤੋਂ ਬਾਅਦ ਉਸ ਨੂੰ ਅਸੀਂ ਕਮਿਊਨੀਕੇਟ ਕਰਨਾ। all things are included in accounting। so we can say कि accounting is wider term than bookkeeping। ਅਸੀਂ ਹੁਣ ਇਸ ਦਾ ਪੰਜਾਬੀ ਦੇ ਵਿੱਚ ਵੀ ਮੀਨਿੰਗ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਵਿੱਤੀ ਲੈਣ ਦੇਣਾਂ ਅਤੇ ਘਟਨਾਵਾਂ ਨੂੰ ਮੁਦਰਾ ਦੇ ਰੂਪ ਵਿੱਚ ਲਿਖਣ, ਸੰਖੇਪ ਕਰਨ ਅਤੇ ਸ਼੍ਰੇਣੀ ਵੰਡ ਕਰਨ ਦੀ ਕਲਾ ਹੈ। ਇਸ ਦੁਆਰਾ ਉਹਨਾਂ ਦੇ ਨਤੀਜਿਆਂ ਦੀ ਵਿਆਖਿਆ ਕੀਤੀ ਜਾਂਦੀ ਹੈ। ਸਟੂਡੈਂਟਸ, ਇੱਕ ਵਾਰ ਫਿਰ ਡਿਸਕਸ ਕਰਦੇ ਹਾਂ। ਬੁੱਕ ਕੀਪਿੰਗ ਵਿੱਚ ਅਸੀਂ ਸਿੱਖਿਆ ਕਿ ਜਿੰਨੀਆਂ ਵੀ ਟ੍ਰਾਂਜੈਕਸ਼ਨ ਸਨ ਉਹਨਾਂ ਨੂੰ ਅਸੀਂ ਬੁੱਕਸ ਦੇ ਵਿੱਚ ਰਿਕਾਰਡ ਕੀਤਾ। ਉਹਦੇ ਤੋਂ ਇੱਕ ਅਗਲਾ ਸਟੈਪ ਕੀ ਹੈ, ਜਿਹੜਾ ਕੁਝ ਅਸੀਂ ਲਿਖ ਦਿੱਤਾ ਉਹਨਾਂ ਲਿਖੀਆਂ ਹੋਈਆਂ ਸਾਰੀਆਂ ਟ੍ਰਾਂਜੈਕਸ਼ਨਾਂ ਨੂੰ ਅਸੀਂ ਅੱਗੇ ਉਸ ਦੀ ਫਿਰ ਹੁਣ ਇੰਟਰਪ੍ਰੀਟੇਸ਼ਨ ਕਰਨੀ ਹੈ, ਕਲਾਸੀਫਿਕੇਸ਼ਨ ਕਰਨੀ ਹੈ, ਉਹਨਾਂ ਦੀਆਂ ਸਮਰੀਜ਼ ਬਣਾਉਣੀਆਂ ਨੇ। ਫਿਰ ਜਿਹੜੇ ਲੋੜਵੰਦ ਲੋਕ ਨੇ ਜਿਨ੍ਹਾਂ ਨੂੰ ਇਸ ਡਾਟੇ ਦੀ ਇਨਫੋਰਮੇਸ਼ਨ ਚਾਹੀਦੀ ਹੈ ਉਹਨਾਂ ਤੱਕ ਅਸੀਂ ਕਮਿਊਨੀਕੇਟ ਕਰਨਾ ਹੈ। ਇਟਸ ਕਾਲਡ ਮੀਨਿੰਗ ਆਫ ਅਕਾਊਂਟਿੰਗ। ਹੁਣ ਇਸ ਤੋਂ ਅੱਗੇ ਜਦੋਂ ਅਸੀਂ ਅਕਾਊਂਟਿੰਗ ਦੀਆਂ ਫੀਚਰਸ ਕਰਾਂਗੇ ਤਾਂ ਸਾਨੂੰ ਹੋਰ ਜ਼ਿਆਦਾ ਕਲੀਅਰ ਹੋ ਜਾਏਗਾ। ਵਰਡ ਫੀਚਰ ਆ ਜੇ, ਕਰੈਕਟਰਿਸਟਿਕਸ ਆ ਜੇ, ਐਟਰੀਬਿਊਟਸ ਆ ਜੇ, ਸੇਮ ਥਿੰਗ ਸੇਮ ਆਨਸਰ ਲਿਖਾਂਗੇ। ਸਟੂਡੈਂਟਸ, ਪਹਿਲੀ ਫੀਚਰ ਹੈ, ਪਹਿਲੀ ਵਿਸ਼ੇਸ਼ਤਾ ਹੈ ਅਕਾਊਂਟਿੰਗ ਇਜ਼ ਐਨ ਆਰਟ ਐਜ਼ ਵੈਲ ਐਜ਼ ਸਾਇੰਸ। ਅਸੀਂ ਜਦੋਂ ਆਪਦੀਆਂ ਸਾਰੀਆਂ ਟ੍ਰਾਂਜੈਕਸ਼ਨਸ ਨੂੰ ਯਾਨੀ ਕਿ ਬਿਜ਼ਨਸ ਦੀਆਂ ਟ੍ਰਾਂਜੈਕਸ਼ਨਸ ਨੂੰ ਅਸੀਂ ਲਿਖ ਲਿੱਤਾ ਤਾਂ ਉਸ ਤੋਂ ਬਾਅਦ ਨੈਕਸਟ ਸਟੈਪ ਹੈ ਅਕਾਊਂਟਿੰਗ। ਐਂਡ ਅਕਾਊਂਟਿੰਗ ਇਜ਼ ਕੀ ਹੈ, ਆਰਟ ਐਜ਼ ਵੈਲ ਐਜ਼ ਸਾਇੰਸ। ਜਦੋਂ ਅਸੀਂ ਟ੍ਰਾਂਜੈਕਸ਼ਨਸ ਨੂੰ ਰਿਕਾਰਡ ਕੀਤਾ, ਕਲਾਸੀਫਾਈ ਕੀਤਾ, ਉਹਦੀ ਸਮਰੀ ਬਣਾਈ ਤਾਂ ਉਹ ਕੀ ਹੈ ਸਟੂਡੈਂਟਸ, ਸਾਡੇ ਕੋਲ ਆਰਟ। ਅਤੇ ਸਟੂਡੈਂਟਸ, ਕਿਹੜੇ ਪ੍ਰਿੰਸੀਪਲ, ਕਿਹੜੇ ਨਿਯਮਾਂ ਦੇ ਤਹਿਤ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਰਿਕਾਰਡ ਕਰ ਰਹੇ ਹਾਂ, ਦੈਟਸ ਕਾਲਡ ਸਾਇੰਸ। ਕਿਉਂਕਿ ਸਾਇੰਸ ਨਿਯਮਾਂ 'ਤੇ ਚੱਲਦੀ ਹੈ, ਪ੍ਰਿੰਸੀਪਲ ਦੇ ਬੇਸ 'ਤੇ ਚੱਲਦੀ ਹੈ। ਐਵੇਂ ਜਿਹੜੇ ਪ੍ਰਿੰਸੀਪਲਸ ਨੇ, ਕਿਹੜੇ ਪ੍ਰਿੰਸੀਪਲ ਨੇ ਜਿਨ੍ਹਾਂ ਨੂੰ ਅਸੀਂ ਆਧਾਰ ਮੰਨ ਕੇ, ਜਿਨ੍ਹਾਂ ਨੂੰ ਅਸੀਂ ਬੇਸ ਬਣ ਕੇ ਸਾਰੀਆਂ ਟ੍ਰਾਂਜੈਕਸ਼ਨਸ ਨੂੰ ਰਿਕਾਰਡ ਕਰ ਰਹੇ ਹਾਂ, ਦੈਟਸ ਕਾਲਡ ਸਾਇੰਸ। ਫਿਰ ਜਿਹੜਾ ਅਸੀਂ ਲਿਖਿਆ, ਲਿਖਣ ਦੀ ਕੀ ਹੋਗੀ, ਕਲਾ, ਆਰਟ, ਔਰ ਕਿਹੜੇ ਨਿਯਮਾਂ ਦੇ ਤਹਿਤ ਲਿਖਿਆ, ਦੈਟ ਇਜ਼ ਸਾਇੰਸ। ਸੋ ਵੀ ਕੈਨ ਸੇ ਅਕਾਊਂਟਿੰਗ ਇਜ਼ ਐਨ ਆਰਟ ਐਜ਼ ਵੈਲ ਐਜ਼ ਸਾਇੰਸ। ਤਾਂ ਸਟੂਡੈਂਟਸ, ਇਸ ਤੋਂ ਬਾਅਦ ਸਾਡੇ ਕੋਲ ਸੈਕਿੰਡ ਫੀਚਰ ਹੈ ਰਿਕਾਰਡਿੰਗ ਆਫ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਓਨਲੀ। ਅਸੀਂ ਇਹ ਪਹਿਲੇ ਵੀ ਪੜ੍ਹ ਚੁੱਕੇ ਹਾਂ ਬੁੱਕ ਕੀਪਿੰਗ ਵਿੱਚ ਵੀ ਕਿ ਸਿਰਫ ਔਰ ਸਿਰਫ ਫਾਈਨਾਂਸ ਨਾਲ ਰਿਲੇਟਿਡ, ਪੈਸੇ ਨਾਲ ਰਿਲੇਟਿਡ ਟ੍ਰਾਂਜੈਕਸ਼ਨਸ ਹੀ ਰਾਈਟ ਕੀਤੀਆਂ ਜਾਂਦੀਆਂ ਹਨ। ਨੋਨ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਨੂੰ ਕਦੇ ਵੀ ਰਿਕਾਰਡ ਨਹੀਂ ਕੀਤਾ ਜਾਂਦਾ। ਸਪੋਜ਼ ਇੱਕ ਇੰਪਲਾਈ ਨੇ ਆਦੀ ਪੋਸਟ ਤੋਂ ਰਿਜ਼ਾਈਨ ਦੇ ਦਿੱਤਾ, ਬੜਾ ਐਕਸਪੀਰੀਅੰਸ ਐਂਡ ਬੰਦਾ ਸੀ ਸਾਡੇ ਕੋਲ, ਮੈਨੇਜਰ ਸਾਹਿਬ, ਉਹਨਾਂ ਨੇ ਰਿਜ਼ਾਈਨ ਦੇ ਦਿੱਤਾ, ਜਾਂ ਸਾਡਾ ਪ੍ਰੋਡਕਸ਼ਨ ਮੈਨੇਜਰ ਅਤੇ ਸੇਲ ਮੈਨੇਜਰ ਆਪਸ ਵਿੱਚ ਝਗੜ ਪਏ, ਲੜਾਈ ਹੋ ਗਈ ਉਹਨਾਂ ਦੀ, ਅਤੇ ਇਹ ਸਾਰੀਆਂ ਨੋਨ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਨੇ। ਦੀਜ਼ ਆਰ ਨਾਟ ਰਿਕਾਰਡਿਡ
in books of accounts। ਸਟੂਡੈਂਟਸ ਇਸ ਤੋਂ ਬਾਅਦ ਸਾਡੇ ਕੋਲ ਥਰਡ ਆ ਗਿਆ ਨੈਕਸਟ ਰਿਕਾਰਡਿੰਗ ਇਨ ਟਰਮਸ ਆਫ ਮਨੀ। ਅਸੀਂ ਸਿਰਫ ਪੈਸੇ ਨਾਲ ਸੰਬੰਧਿਤ ਹੀ ਜਿਹੜੀਆਂ ਟ੍ਰਾਂਜੈਕਸ਼ਨਸ ਨੇ ਉਹਨਾਂ ਨੂੰ ਰਿਕਾਰਡ ਕਰਦੇ ਹਾਂ। ਸਪੋਜ਼ ਅਸੀਂ 200 ਟੇਬਲ ਖਰੀਦ ਲਿਆ ਬਿਜ਼ਨਸ ਵਾਸਤੇ ਔਰ ਉਹਨਾਂ ਦੀ ਵੈਲਿਊ ਸਾਡੇ ਕੋਲ 2 ਲੱਖ ਰੁਪਏ ਹੈ, ਤਾਂ ਇਟ ਮੀਨਸ ਅਸੀਂ ਇਸ ਨੂੰ ਮੈਜ਼ਰ ਕਰ ਰਹੇ ਹਾਂ ਇਨ ਟਰਮਸ ਆਫ ਮਨੀ। ਅਸੀਂ ਕਹਿ ਦਈਏ ਕਿ ਸਾਡੇ ਕੋਲ 3000 ਸਕੁਏਅਰ ਫੁੱਟ ਲੈਂਡ ਹੈ, ਸਾਡੇ ਕੋਲ 5 ਟਰੱਕ ਨੇ, ਸਾਡੇ ਕੋਲ 10 ਟਨ ਰਾ ਮਟੀਰੀਅਲ ਪਿਆ ਹੈ, ਬਟ ਅਸੀਂ ਉਹਨੂੰ ਮਨੀ ਵਿੱਚ ਮੈਜ਼ਰ ਨਹੀਂ ਕਰਦੇ, ਤਾਂ ਇਸ ਵਾਸਤੇ ਇਹੋ ਜਿਹੀ ਟ੍ਰਾਂਜੈਕਸ਼ਨ ਨੂੰ ਅਸੀਂ ਰਿਕਾਰਡ ਨਹੀਂ ਕਰਾਂਗੇ। ਨੈਕਸਟ ਆ ਗਿਆ ਕਲਾਸੀਫਾਈਂਗ। ਅਸੀਂ ਸਾਰੀਆਂ ਟ੍ਰਾਂਜੈਕਸ਼ਨ ਨੂੰ ਲਿਖਣ ਤੋਂ ਬਾਅਦ ਅਲੱਗ-ਅਲੱਗ ਗਰੁੱਪ ਵਿੱਚ ਲਿਖਦੇ ਹਾਂ। ਸਪੋਜ਼ ਅਸੀਂ ਵੇਜਿਸ ਦਿੱਤੀਆਂ, ਵੇਜਿਸ ਨੂੰ ਅਲੱਗ ਵੇਜਿਸ ਅਕਾਊਂਟ ਵਿੱਚ, ਸੈਲਰੀ ਨੂੰ ਅਲੱਗ ਸੈਲਰੀ ਅਕਾਊਂਟ ਵਿੱਚ, ਕਮਿਸ਼ਨ ਨੂੰ ਅਲੱਗ ਕਮਿਸ਼ਨ ਅਕਾਊਂਟ ਵਿੱਚ। ਇੱਦਾਂ ਅਲੱਗ-ਅਲੱਗ ਜਦੋਂ ਅਕਾਊਂਟਸ ਦੇ ਵਿੱਚ ਅਸੀਂ ਰਾਈਟ ਕਰਦੇ ਹਾਂ ਅਤੇ ਅਸੀਂ ਉਸ ਪ੍ਰੋਸੈਸ ਨੂੰ, ਉਸ ਪ੍ਰਕਿਰਿਆ ਨੂੰ ਅਸੀਂ ਕਿਹਦੇ ਨਾਮ ਨਾਲ ਜਾਣਦੇ ਹਾਂ? ਕਲਾਸੀਫਾਈਂਗ। ਅਸੀਂ ਉਹਦੀਆਂ ਅਲੱਗ-ਅਲੱਗ ਕਲਾਸਿਸ ਬਣਾਉਂਦੇ ਹਾਂ। ਤਾਂ ਸਟੂਡੈਂਟਸ ਇਸ ਤੋਂ ਨੈਕਸਟ ਸਾਡੇ ਕੋਲ ਸਟੈਪ ਆ ਜਾਂਦਾ ਹੈ, ਨੈਕਸਟ ਫੀਚਰ ਆ ਜਾਂਦੀ ਹੈ ਸਮਰਾਈਜ਼ਿੰਗ। ਇਟ ਇਜ਼ ਦੀ ਆਰਟ ਆਫ ਪ੍ਰੈਜੈਂਟਿੰਗ ਦੀ ਕਲਾਸੀਫਾਈਡ ਡਾਟਾ ਇਨ ਏ ਮੈਨਰ ਵਿਚ ਇਜ਼ ਅੰਡਰਸਟੈਂਡੇਬਲ ਐਂਡ ਯੂਜ਼ਫੁਲ ਆਫ ਮੈਨੇਜਮੈਂਟ ਐਂਡ ਅਦਰ ਯੂਜ਼ਰਸ ਆਫ ਸੱਚ ਡਾਟਾ। ਜਦੋਂ ਸਟੂਡੈਂਟਸ ਅਸੀਂ ਕਲਾਸੀਫਾਈ ਕਰ ਲੈਂਦੇ ਹਾਂ, ਕਲਾਸਿਸ ਬਣਾਉਣ ਤੋਂ ਬਾਅਦ ਅਲੱਗ-ਅਲੱਗ ਅਕਾਊਂਟ ਵਿੱਚ ਲਿਖਣ ਤੋਂ ਬਾਅਦ ਫਿਰ ਅਸੀਂ ਇਹਦੀ ਸਮਰੀ ਬਣਾਉਂਦੇ ਹਾਂ। ਸਮਰੀ ਕਿਵੇਂ ਬਣਾਈ? ਅਸੀਂ ਸਪੋਜ਼ ਬਣਾ ਲਿਆ ਪ੍ਰੋਫਿਟ ਐਂਡ ਲੋਸ ਅਕਾਊਂਟ ਬਣਾ ਲਿਆ, ਬੈਲੈਂਸ ਸ਼ੀਟ ਬਣਾ ਲਈ। ਪ੍ਰੋਫਿਟ ਐਂਡ ਲੋਸ ਅਕਾਊਂਟ ਤੋਂ ਸਾਨੂੰ ਇਹ ਪਤਾ ਚੱਲਿਆ ਕਿ ਸਾਡਾ ਸਾਲ ਦੇ ਦੌਰਾਨ ਕਿੰਨਾ ਪ੍ਰੋਫਿਟ ਹੈ, ਔਰ ਸਾਡੀ ਬੈਲੈਂਸ ਸ਼ੀਟ ਕਹਿੰਦੀ ਹੈ ਕਿ ਸਾਡੇ ਕੋਲ ਕਿੰਨੇ ਐਸਟਸ ਨੇ, ਕਿੰਨੀਆਂ ਪ੍ਰੋਪਰਟੀਜ਼ ਨੇ ਔਰ ਕਿੰਨੀਆਂ ਲਾਇਬਿਲਟੀਜ਼ ਨੇ, ਅਸੀਂ ਕਿੰਨੇ ਲੋਕਾਂ ਦੇ ਪੈਸੇ ਦੇਣੇ ਨੇ। ਉਸ ਤੋਂ ਬਾਅਦ ਜਦੋਂ ਇਹੋ ਜਿਹੀ ਅਸੀਂ ਸਮਰੀ ਬਣਾਉਂਦੇ ਹਾਂ ਤਾਂ ਅਸੀਂ ਉਹਨੂੰ ਕੀ ਕਹਿੰਦੇ ਹਾਂ? ਸਮਰਾਈਜ਼ਿੰਗ। ਨੈਕਸਟ ਵਨ ਸਟੂਡੈਂਟ ਸਾਡੇ ਕੋਲ ਹੈ ਇੰਟਰਪ੍ਰੇਟਿੰਗ। ਜਦੋਂ ਅਸੀਂ ਸਾਰੇ ਅਕਾਊਂਟਸ ਦੀ ਸਮਰੀ ਬਣਾ ਲਈ, ਸਮਰੀ ਬਣਾਉਣ ਤੋਂ ਬਾਅਦ ਫਿਰ ਅਸੀਂ ਉਹਨੂੰ ਇੰਟਰਪ੍ਰੈਟ ਕਰਦੇ ਹਾਂ। ਇੰਟਰਪ੍ਰੈਟ ਦੇ ਵਿੱਚ ਸਟੂਡੈਂਟਸ ਅਸੀਂ ਰਿਜ਼ਲਟ ਲੈਂਦੇ ਹਾਂ। ਇਹ ਸਾਰੀ ਇੰਟਰਪ੍ਰੀਟੇਸ਼ਨ ਨੂੰ, ਸਾਰੇ ਰਿਜ਼ਲਟ ਨੂੰ ਬਹੁਤ ਲੋਕਾਂ ਨੂੰ ਕਰੇਜ਼ ਹੁੰਦਾ ਹੈ ਕਿ ਅਸੀਂ ਜਾਣੀਏ ਕਿ ਉਹਨਾਂ ਦੇ ਬਿਜ਼ਨਸ ਦੇ ਵਿੱਚ ਉਹਨਾਂ ਨੇ ਕਿੰਨੇ ਪੈਸੇ ਕਮਾਏ। ਇਹਦੇ ਬਾਰੇ ਬੈਂਕ ਵੀ ਜਾਣਕਾਰੀ ਲੈਣੀ ਚਾਹੁੰਦਾ ਹੈ। ਇਹਦੇ ਬਾਰੇ ਕਰੈਕਟਰਸ ਉਹ ਹੁੰਦੇ ਨੇ ਜਿਨ੍ਹਾਂ ਨੇ ਸਾਨੂੰ ਉਧਾਰ ਦੇਣਾ ਹੈ, ਇਨਵੈਸਟਰਸ ਹੁੰਦੇ ਨੇ ਜਿਨ੍ਹਾਂ ਨੇ ਕੰਪਨੀ ਵਿੱਚ ਪੈਸੇ ਲਗਾਉਣੇ ਹਨ, ਮੈਨੇਜਰ ਚਾਹੁੰਦੇ ਹਨ, ਮਾਲਕ ਚਾਹੁੰਦੇ ਹਨ ਕਿ ਅਸੀਂ ਕੀ ਕਮਾਇਆ, ਕੀ ਖੱਟਿਆ ਸਾਲ ਦੇ ਦੌਰਾਨ। ਤਾਂ ਸਟੂਡੈਂਟਸ ਇਹ ਸਾਰੀਆਂ ਇਨਫੋਰਮੇਸ਼ਨਸ ਕਿੰਦੇ ਤੱਕ? ਇਹਨਾਂ ਲੋਕਾਂ ਤੱਕ ਜਾਂਦੀਆਂ ਨੇ ਅਤੇ ਅਸੀਂ ਇਸ ਨੂੰ ਕਹਿੰਦੇ ਹਾਂ ਇੰਟਰਪ੍ਰੇਟਿੰਗ ਦਾ ਡਾਟਾ। ਨੈਕਸਟ ਵਨ, ਅਸੀਂ ਸਾਰੇ ਸਟੈਪ ਕਰਨ ਤੋਂ ਬਾਅਦ ਲਾਸਟ ਬਟ ਨਾਟ ਲੀਸਟ 'ਤੇ ਅਸੀਂ ਕਮਿਊਨੀਕੇਸ਼ਨ ਨੂੰ ਲੈਂਦੇ ਹਾਂ। ਜਿੰਨੇ ਰਿਜ਼ਲਟ ਆਏ, ਜਿੰਨੇ ਰਿਜ਼ਲਟ ਅਸੀਂ ਓਬਟੇਨ ਕੀਤੇ, ਜਿੰਨੀ ਅਸੀਂ ਸਮਰੀ ਬਣਾਈ ਹੈ, ਜਿੰਨਾ ਅਸੀਂ ਉਸ ਨੂੰ ਐਨਾਲਾਈਜ਼ ਕੀਤਾ ਹੈ, ਇਹਨਾਂ ਸਾਰਿਆਂ ਨੂੰ, ਜਿੰਨੀਆਂ ਸਾਰੀਆਂ ਪਾਰਟੀਜ਼ ਨੇ, ਅਸੀਂ ਉਹਨਾਂ ਨੂੰ ਇਨਫੋਰਮੇਸ਼ਨ ਦਿੰਦੇ ਹਾਂ ਕਿ ਅਸੀਂ ਸਾਲ ਦੇ ਦੌਰਾਨ ਇੰਨਾ ਪ੍ਰੋਫਿਟ ਕਮਾਇਆ, ਸਾਡੇ ਆਹ ਐਸਟਸ ਨੇ, ਸਾਡੀਆਂ ਆਹ ਲਾਇਬਿਲਟੀਜ਼ ਨੇ। ਉਹ ਕਿਹਦੇ ਰਾਹੀਂ ਪਤਾ ਲੱਗਦਾ ਹੈ? ਸਟੂਡੈਂਟਸ ਅਕਾਊਂਟਿੰਗ ਰਾਹੀਂ ਹੀ ਪਤਾ ਚੱਲਦਾ ਹੈ। ਤਾਂ ਅਸੀਂ ਹੁਣ ਲਾਸਟ ਵਿੱਚ ਇਹ ਕਹਿ ਸਕਦੇ ਹਾਂ ਕਿ ਅਕਾਊਂਟਿੰਗ ਇਜ਼ ਵਾਈਡਰ ਟਰਮ ਦੈਨ ਬੁੱਕ ਕੀਪਿੰਗ। ਅਸੀਂ ਲਾਸਟ ਲੈਕਚਰ 'ਚ ਬੁੱਕ ਕੀਪਿੰਗ ਸਿੱਖਿਆ, ਉਸ ਤੋਂ ਬਾਅਦ ਅਸੀਂ ਅਕਾਊਂਟਿੰਗ ਸਿੱਖਿਆ। ਮੈਂ ਉਮੀਦ ਕਰਦਾ ਹਾਂ ਕਿ ਅਕਾਊਂਟਿੰਗ ਕੀ ਹੈ ਔਰ ਅਕਾਊਂਟਿੰਗ ਦੀਆਂ ਕੀ ਫੀਚਰਸ ਨੇ, ਤੁਸੀਂ ਇਸ ਨੂੰ ਬੜੇ ਧਿਆਨ ਨਾਲ ਸਮਝ ਲਿਆ ਹੋਵੇਗਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਥੈਂਕਸ ਫਾਰ watching this video. Thank you.